ਭਾਰਤ ਤੋਂ ਬਾਅਦ ਕੈਨੇਡਾ ਹੀ ਇੱਕ ਅਜਿਹਾ ਦੇਸ਼ ਹੈ ਜਿੱਥੇ ਸਭ ਤੋਂ ਵੱਧ ਸਿੱਖ ਵਸਦੇ ਹਨ ਅਤੇ ਇੰਨਾ ਹੀ ਨਹੀਂ, ਕੈਨੇਡਾ ਦੀ ਤੀਜੀ ਆਫੀਸ਼ੀਅਲ ਭਾਸ਼ਾ ਵੀ ਪੰਜਾਬੀ ਹੈ। ਪਰ ਹਜ਼ਾਰਾਂ ਕਿਲੋਮੀਟਰ ਦੂਰ ਇੱਕ ਧਰਤੀ ਤੇ ਜਾ ਕੇ ਇੰਨੇ ਸਿੱਖ ਵਸ ਕਿਵੇਂ ਗਏ? ਕੈਨੇਡਾ ਦੀ ਧਰਤੀ ਤੇ ਜਾਣ ਵਾਲਾ ਪਹਿਲਾ ਸਿੱਖ ਕੌਣ ਸੀ? ਤੇ ਜੋ ਤਸਵੀਰ ਅੱਜ ਕੈਨੇਡਾ ਦੀ ਹੈ, ਸ਼ੁਰੂਆਤੀ ਦਿਨਾਂ ਵਿੱਚ ਇਹ ਨਹੀਂ ਸੀ। ਸਿੱਖਾਂ ਤੇ ਪੰਜਾਬੀਆਂ ਨੂੰ ਕੈਨੇਡਾ ਵਿੱਚ ਬਹੁਤ ਮੁਸੀਬਤਾਂ ਝੱਲਣੀਆਂ ਪਈਆਂ ਸੀ। ਦੇਵਾਂਗੇ ਪੂਰੀ ਜਾਣਕਾਰੀ ਇਸ ਬਾਰੇ। ਪਰ ਦੋਸਤੋ, ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ, ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ, ਇਸ ਲਈ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਇਸ ਮਹੱਤਵਪੂਰਨ ਜਾਣਕਾਰੀ ਨੂੰ ਹੋਰਨਾਂ ਤੱਕ ਵੀ ਸ਼ੇਅਰ ਜ਼ਰੂਰ ਕਰਨਾ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਭਾਰਤ ਤੋਂ ਕੈਨੇਡਾ ਆਉਣ ਵਾਲੇ ਪਹਿਲੇ ਲੋਕ ਸਿੱਖ ਹੀ ਸੀ। ਇਸ ਤੋਂ ਪਹਿਲਾਂ ਕੋਈ ਵੀ ਭਾਰਤੀ ਬ੍ਰਿਟਿਸ਼ ਕੋਲੰਬੀਆ ਨਹੀਂ ਆਇਆ ਸੀ ਅਤੇ ਕੇਸਰ ਸਿੰਘ ਨੂੰ ਪਹਿਲਾ ਸਿੱਖ ਮੰਨਿਆ ਗਿਆ ਹੈ ਜੋ ਭਾਰਤ ਤੋਂ ਕੈਨੇਡਾ ਆਏ ਸੀ। ਕੇਸਰ ਸਿੰਘ ਬ੍ਰਿਟਿਸ਼ ਇੰਡੀਅਨ ਆਰਮੀ ਵਿੱਚ ਰਸਾਲਦਾਰ ਮੇਜਰ ਸੀ ਅਤੇ ਸਿੱਖ ਅਫਸਰਾਂ ਦੇ ਸਮੂਹ ਵਿੱਚ ਸ਼ਾਮਲ ਸੀ ਜੋ ਮਹਾਰਾਣੀ ਵਿਕਟੋਰੀਆ ਦੀ ਡਾਇਮੰਡ ਜੁਬਲੀ ਸਮਾਰੋਹ ਲਈ ਲੰਡਨ ਜਾ ਰਹੇ ਸੀ ਅਤੇ 1897 ਨੂੰ ਕੈਨੇਡਾ ਦੇ ਵੈਨਕੂਵਰ ਪਹੁੰਚੇ। ਰਸਾਲਦਾਰ ਮੇਜਰ ਕੇਸਰ ਸਿੰਘ ਹੀ ਪਹਿਲੇ ਸਿੱਖ ਸੀ ਜਿਨ੍ਹਾਂ ਨੇ ਕੈਨੇਡਾ ਦੀ ਧਰਤੀ ਤੇ ਪਨਾਹ ਲਈ ਅਤੇ ਬ੍ਰਿਟਿਸ਼ ਕੋਲੰਬੀਆ ਨੂੰ ਆਪਦਾ ਘਰ ਬਣਾਇਆ ਅਤੇ ਇੱਥੋਂ ਹੀ ਸ਼ੁਰੂ ਹੁੰਦਾ ਹੈ ਪੰਜਾਬੀਆਂ ਦਾ ਕੈਨੇਡਾ ਜਾਣ ਦਾ ਸਫ਼ਰ। 1904 ਤੋਂ 1908 ਦੇ ਵਿਚਕਾਰ ਪੰਜਾਬ ਤੋਂ ਕੈਨੇਡਾ ਆਉਣ ਵਾਲੇ ਪੰਜਾਬੀਆਂ ਦਾ ਪਹਿਲਾ ਦੌਰ ਸ਼ੁਰੂ ਹੋਇਆ। ਇਨ੍ਹਾਂ 4 ਸਾਲਾਂ ਵਿੱਚ ਲਗਭਗ 5000 ਪੰਜਾਬੀ ਸੀ, ਜਿਨ੍ਹਾਂ ਵਿੱਚ ਕੁਝ ਔਰਤਾਂ ਵੀ ਸੀ। ਬ੍ਰਿਟਿਸ਼ ਕੋਲੰਬੀਆ ਵਿੱਚ ਪਹੁੰਚੇ ਲਗਭਗ ਸਾਰੇ ਪੰਜਾਬੀ ਕਾਰਖਾਨਿਆਂ ਵਿੱਚ ਮਜ਼ਦੂਰੀ, ਮੱਛੀ ਫੜਨਾ, ਲੱਕੜ ਆਰੇ ਅਤੇ ਰੇਲਵੇ ਵਿੱਚ ਕੰਮ ਕਰਦੇ ਸੀ ਅਤੇ ਉਸ ਵੇਲੇ ਇਨ੍ਹਾਂ ਕਾਮਿਆਂ ਦੀ ਇੱਕ ਦਿਨ ਦੀ ਕਮਾਈ $1 ਤੋਂ $1.25 ਹੁੰਦੀ ਸੀ, ਜੋ ਬਾਕੀ ਕੈਨੇਡੀਅਨ ਮਜ਼ਦੂਰਾਂ ਤੋਂ ਕਿਤੇ ਘੱਟ ਹੁੰਦੀ ਸੀ ਅਤੇ ਪੰਜਾਬੀਆਂ ਤੋਂ ਕੰਮ ਵੀ ਕੈਨੇਡੀਅਨ ਮਜ਼ਦੂਰਾਂ ਤੋਂ ਜ਼ਿਆਦਾ ਲਿਆ ਜਾਂਦਾ ਸੀ ਅਤੇ ਪੈਸੇ ਵੀ ਘੱਟ ਮਿਲਦੇ ਸੀ। ਜ਼ਿਆਦਾਤਰ ਇਹ ਦੱਖਣੀ ਏਸ਼ੀਆਈ ਲੋਕ ਇੱਕੋ ਛੱਤ ਥੱਲੇ ਇੱਕ ਹੀ ਘਰ ਵਿੱਚ ਰਹਿੰਦੇ ਸੀ ਅਤੇ ਇਨ੍ਹਾਂ ਘਰਾਂ ਨੂੰ ਬੰਕ ਹਾਊਸਿਸ ਕਿਹਾ ਜਾਂਦਾ ਸੀ। 1905 ਨੂੰ ਬ੍ਰਿਟਿਸ਼ ਕੋਲੰਬੀਆ ਦੇ ਅਬੋਟਸਫੋਰਡ ਵਿੱਚ ਪਹਿਲਾ ਸਿੱਖ ਗੁਰਦੁਆਰਾ ਬਣਾਇਆ ਗਿਆ, ਜੋ ਬਾਅਦ ਵਿੱਚ 1926 ਨੂੰ ਅੱਗ ਲੱਗਣ ਕਰਕੇ ਤਬਾਹ ਹੋ ਗਿਆ ਸੀ। ਜਿੱਥੇ ਜ਼ਿਆਦਾ ਗਿਣਤੀ ਵਿੱਚ ਸਿੱਖ ਕੰਮ ਕਰਦੇ ਸੀ, ਉੱਥੇ ਰੱਬ ਦੀ ਇਬਾਦਤ ਲਈ ਇੱਕ ਗੁਰਦੁਆਰਾ ਉਸਾਰ ਦਿੰਦੇ ਅਤੇ ਨਾਲ ਹੀ ਉਸ ਗੁਰਦੁਆਰੇ ਤੋਂ ਪੰਜਾਬੀ ਪ੍ਰਵਾਸੀਆਂ ਦੀ ਮਦਦ ਕੀਤੀ ਜਾਂਦੀ ਸੀ। ਅਤੇ ਹੁਣ ਕੈਨੇਡਾ ਦਾ ਸਭ ਤੋਂ ਪੁਰਾਣਾ ਗੁਰਦੁਆਰਾ ਗੁਰਸਿੱਖ ਟੈਂਪਲ ਹੈ ਜੋ ਅਬੋਟਸਫੋਰਡ ਵਿੱਚ ਸਥਿਤ ਹੈ। ਇਹ ਸਾਰੇ ਪੰਜਾਬੀ ਅਤੇ ਬਾਕੀ ਏਸ਼ੀਆਈ ਲੋਕ ਬੜੀ ਮਿਹਨਤ ਨਾਲ ਬ੍ਰਿਟਿਸ਼ ਕੋਲੰਬੀਆ ਵਿੱਚ ਗੁਜ਼ਾਰਾ ਕਰ ਰਹੇ ਸੀ ਅਤੇ ਜਿਵੇਂ-ਜਿਵੇਂ ਇਹਨਾਂ ਦੀ ਆਬਾਦੀ ਬ੍ਰਿਟਿਸ਼ ਕੋਲੰਬੀਆ ਵਿੱਚ ਵਧਣੀ ਸ਼ੁਰੂ ਹੋਈ, ਉਵੇਂ ਹੀ ਇਹਨਾਂ ਨਾਲ ਨਸਲੀ ਵਿਤਕਰਾ ਹੋਣਾ ਵੀ ਸ਼ੁਰੂ ਹੋ ਗਿਆ, ਕਿਉਂਕਿ ਕੈਨੇਡਾ ਵਿੱਚ ਇਹਨਾਂ ਪ੍ਰਵਾਸੀਆਂ ਦੀ ਆਬਾਦੀ ਵੱਧ ਰਹੀ ਸੀ ਅਤੇ ਇਹ ਦੇਖ ਕੇ ਕੈਨੇਡੀਅਨ ਸਰਕਾਰ ਨੂੰ ਵੀ ਮਜਬੂਰ ਹੋਣਾ ਪਿਆ ਐਕਸ਼ਨ ਲੈਣ ਲਈ। ਕੈਨੇਡਾ ਦੇ ਉਦਯੋਗਪਤੀ ਇਹਨਾਂ ਪ੍ਰਵਾਸੀ ਪੰਜਾਬੀਆਂ ਨੂੰ ਕੰਮ ਤੇ ਰੱਖਣਾ ਪਸੰਦ ਕਰਦੇ ਸੀ, ਕਿਉਂਕਿ ਇਹਨਾਂ ਨੂੰ ਇੱਕ ਤਾਂ ਜ਼ਿਆਦਾ ਪੈਸੇ ਨਹੀਂ ਦੇਣੇ ਪੈਂਦੇ ਸੀ ਅਤੇ ਕੰਮ ਵੀ ਜ਼ਿਆਦਾ ਲੈਂਦੇ ਸੀ ਅਤੇ ਉੱਥੋਂ ਦੇ ਲੋਕਾਂ ਨੇ ਵੀ ਪੰਜਾਬੀਆਂ ਨੂੰ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਸੀ। ਪਰ 1906 ਤੋਂ ਬਾਅਦ ਕਈ ਤਰ੍ਹਾਂ ਦੀਆਂ ਨਸਲੀ ਵਾਰਦਾਤਾਂ ਹੋਣੀਆਂ ਵੀ ਸ਼ੁਰੂ ਹੋ ਗਈਆਂ ਸੀ। ਪੰਜਾਬੀਆਂ ਅਤੇ ਦੱਖਣੀ ਏਸ਼ੀਆਈ ਲੋਕਾਂ ਨੂੰ ਕੰਮ ਤੋਂ ਹਟਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਨੂੰ ਆਮ ਸਹੂਲਤਾਂ ਵੀ ਦੇਣੀਆਂ ਬੰਦ ਕਰ ਦਿੱਤੀਆਂ, ਘਰਾਂ ਤੋਂ ਬਾਹਰ ਕੱਢ ਦਿੱਤਾ ਗਿਆ ਅਤੇ ਸਥਾਨਕ ਲੋਕਾਂ ਅਤੇ ਪੁਲਿਸ ਵੱਲੋਂ ਇਹਨਾਂ ਨਾਲ ਕੁੱਟਮਾਰ ਦੀਆਂ ਘਟਨਾਵਾਂ ਵੀ ਸਾਹਮਣੇ ਆਉਣ ਲੱਗੀਆਂ। ਲੋਕਲ ਅਖਬਾਰਾਂ ਨੇ ਇਹਨਾਂ ਪ੍ਰਵਾਸੀਆਂ ਬਾਰੇ ਬਹੁਤ ਗਲਤ ਤਰੀਕੇ ਨਾਲ ਛਾਪਣਾ ਸ਼ੁਰੂ ਕਰ ਦਿੱਤਾ, ਇਹ ਕਹਿ ਕੇ ਕਿ ਇਹ ਹਿੰਦੂ ਇਨਵੇਜਨ ਹੈ, ਭਾਵ ਹਿੰਦੂਆਂ ਦਾ ਕਬਜ਼ਾ ਹੋ ਰਿਹਾ ਹੈ, ਕਿਉਂਕਿ ਕੈਨੇਡਾ ਦੇ ਲੋਕ ਹਰ ਭੂਰੇ ਰੰਗ ਵਾਲੇ ਇਨਸਾਨ ਨੂੰ ਹਿੰਦੂ ਹੀ ਸਮਝਦੇ ਸੀ। ਕੈਨੇਡਾ ਵਿੱਚ ਉਸ ਸਮੇਂ ਇੱਕ ਗਰੁੱਪ ਏਜਿਆਸਟਿਕ ਐਕਲੂਜਨ ਲੀਗ ਜੋ ਇਹਨਾਂ ਪ੍ਰਵਾਸੀਆਂ ਦੇ ਵਿਰੋਧ ਵਿੱਚ ਸੀ, ਉਹਨਾਂ ਨੇ 1907 ਵਿੱਚ ਦੰਗੇ ਅਤੇ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ, ਜਿਸ ਵਿੱਚ ਇਹਨਾਂ ਪੰਜਾਬੀਆਂ ਅਤੇ ਦੱਖਣੀ ਏਸ਼ੀਆਈ ਲੋਕਾਂ ਦੇ ਘਰ ਅਤੇ ਦੁਕਾਨਾਂ ਨੂੰ ਤਬਾਹ ਕਰ ਦਿੱਤਾ। ਇਹਨਾਂ ਦੰਗਿਆਂ ਵਿੱਚ ਕਿਸੇ ਦੀ ਮੌਤ ਤਾਂ ਨਹੀਂ ਹੋਈ ਸੀ, ਪਰ ਆਰਥਿਕ ਨੁਕਸਾਨ ਬਹੁਤ ਜ਼ਿਆਦਾ ਹੋਇਆ ਸੀ। ਇਹਨਾਂ ਪਰੇਸ਼ਾਨੀਆਂ ਦੇ ਚੱਲਦੇ ਸਰਕਾਰ ਨੇ ਵੀ ਪੰਜਾਬ ਤੋਂ ਆਉਣ ਵਾਲੇ ਪ੍ਰਵਾਸੀਆਂ ਲਈ ਨਿਯਮ ਸਖਤ ਕਰ ਦਿੱਤੇ। ਇਹ ਸ਼ਰਤ ਰੱਖ ਦਿੱਤੀ ਕਿ ਜੋ ਵੀ ਪ੍ਰਵਾਸੀ ਕੈਨੇਡਾ ਆਏਗਾ ਉਸ ਕੋਲ $200 ਹੋਣੇ ਜ਼ਰੂਰੀ ਹਨ। ਇਹ ਰਕਮ ਉਸ ਸਮੇਂ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਸੀ, ਪਰ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਪ੍ਰਵਾਸੀਆਂ ਲਈ ਇਹ ਰਕਮ $200 ਨਹੀਂ ਸੀ। ਇਸ ਤੋਂ ਇਲਾਵਾ ਇਹ ਵੀ ਸ਼ਰਤ ਰੱਖੀ ਗਈ ਕਿ ਜੇਕਰ ਕੈਨੇਡਾ ਆਉਣਾ ਹੈ ਤਾਂ ਸਿੱਧਾ ਭਾਰਤ ਤੋਂ ਹੀ ਕੈਨੇਡਾ ਆਉਣਾ ਪਵੇਗਾ, ਪਰ ਉਸ ਸਮੇਂ ਸਿੱਧਾ ਕੋਈ ਵੀ ਜਹਾਜ਼ ਭਾਰਤ ਤੋਂ ਕੈਨੇਡਾ ਨਹੀਂ ਆਉਂਦਾ ਸੀ, ਕਿਤੇ ਨਾ ਕਿਤੇ ਰੁਕ ਕੇ ਹੀ ਆਉਂਦੇ ਸੀ। ਇਸ ਤੋਂ ਇਲਾਵਾ 18 ਸਾਲ ਤੋਂ ਘੱਟ ਉਮਰ ਵਾਲੀਆਂ ਔਰਤਾਂ ਅਤੇ ਬੱਚਿਆਂ ਨੂੰ ਕੈਨੇਡਾ ਆਉਣ ਤੇ ਪਾਬੰਦੀ ਲਗਾ ਦਿੱਤੀ ਗਈ, ਜਿਸ ਕਰਕੇ ਸਿਰਫ 9 ਔਰਤਾਂ ਨੂੰ ਹੀ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿਣ ਦੀ ਇਜਾਜ਼ਤ ਮਿਲੀ ਸੀ ਅਤੇ ਜ਼ਿਆਦਾਤਰ ਮਰਦ ਪੰਜਾਬੀ ਇਕੱਲੇ ਰਹਿ ਗਏ ਸੀ ਅਤੇ ਬਾਕੀ ਪਰਿਵਾਰ ਅਤੇ ਬੱਚਿਆਂ ਤੋਂ ਬਿਨਾਂ ਹੀ ਰਹਿਣਾ ਪਿਆ। ਇਸ ਤੋਂ ਬਾਅਦ ਗਦਰ ਲਹਿਰ ਦੇ ਚੱਲਦਿਆਂ ਬਹੁਤ ਸਿੱਖ 1914 ਨੂੰ ਆਜ਼ਾਦੀ ਦੇ ਸੰਘਰਸ਼ ਲਈ ਕੈਨੇਡਾ ਤੋਂ ਵਾਪਸ ਪੰਜਾਬ ਜਾਣ ਲੱਗੇ ਅਤੇ ਇਸੇ ਸਮੇਂ ਦੌਰਾਨ ਬੱਚਿਆਂ ਅਤੇ ਔਰਤਾਂ ਦੇ ਆਉਣ ਤੇ ਲੱਗੀ ਪਾਬੰਦੀ ਹਟਾ ਦਿੱਤੀ ਗਈ ਅਤੇ ਫਿਰ ਤੋਂ ਪੰਜਾਬੀ ਕੈਨੇਡਾ ਆਉਣੇ ਸ਼ੁਰੂ ਹੋ ਗਏ। 1920 ਦੇ ਸਮੇਂ ਤੱਕ ਬ੍ਰਿਟਿਸ਼ ਕੋਲੰਬੀਆ ਵਿੱਚ ਸਿਰਫ 1000 ਦੇ ਕਰੀਬ ਹੀ ਸਿੱਖ ਸੀ। ਇਸ ਤੋਂ ਇਲਾਵਾ ਸਿੱਖਾਂ ਨੇ ਆਪਣੇ ਆਪ ਨੂੰ ਕੈਨੇਡਾ ਦੇ ਰੰਗ ਵਿੱਚ ਢਾਲਣ ਲਈ ਆਪਣਾ ਰਿਵਾਇਤੀ ਪਹਿਰਾਵਾ ਛੱਡ ਕੋਟ ਪੈਂਟ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਜੋ ਕੈਨੇਡਾ ਦੇ ਸੱਭਿਆਚਾਰ ਵਿੱਚ ਫਿੱਟ ਹੋ ਸਕਣ। ਇੰਨੀਆਂ ਮੁਸੀਬਤਾਂ ਝੱਲ ਕੇ ਵੀ ਪੰਜਾਬੀਆਂ ਨੇ ਮਿਹਨਤ ਦਾ ਪੱਲਾ ਨਹੀਂ ਛੱਡਿਆ ਅਤੇ ਆਪਣੀ ਮਿਹਨਤ ਅਤੇ ਲਗਨ ਸਦਕਾ ਬ੍ਰਿਟਿਸ਼ ਕੋਲੰਬੀਆ ਵਿੱਚ ਆਪਦੇ ਕੰਮ ਖੋਲ੍ਹਣੇ ਸ਼ੁਰੂ ਕਰ ਦਿੱਤੇ ਤਾਂ
ਤਾਂ ਜੋ ਆਪਦੇ ਆਪ ਨੂੰ ਆਰਥਿਕ ਪੱਖੋਂ ਵੀ ਮਜ਼ਬੂਤ ਬਣਾਇਆ ਜਾ ਸਕੇ। ਇਹ ਕੰਮ ਸੀ ਲੱਕੜ ਆਰਾ ਖੋਲ੍ਹਣਾ, ਖੇਤੀ ਦੀਆਂ ਜ਼ਮੀਨਾਂ ਖਰੀਦ ਕੇ ਖੇਤੀ ਕਰਨੀ। ਜਿਵੇਂ-ਜਿਵੇਂ ਪੰਜਾਬੀ ਬ੍ਰਿਟਿਸ਼ ਕੋਲੰਬੀਆ ਵਿੱਚ ਮਜ਼ਬੂਤ ਹੋ ਰਹੇ ਸੀ, ਉਵੇਂ ਹੀ ਪੰਜਾਬ ਤੋਂ ਕੈਨੇਡਾ ਆਉਣ ਵਾਲੇ ਪੰਜਾਬੀਆਂ ਦੀ ਗਿਣਤੀ ਵੱਧ ਗਈ, ਜਿਸ ਵਿੱਚ ਜ਼ਿਆਦਾ ਗਿਣਤੀ ਵਿੱਚ ਸਿੱਖ ਸੀ। ਕੈਨੇਡਾ ਆ ਕੇ ਇਹ ਸਿੱਖ ਆਪਣੀ ਮਿਹਨਤ ਕਰਦੇ ਅਤੇ ਪੈਸੇ ਇਕੱਠੇ ਕਰਕੇ ਗੁਰਦੁਆਰੇ ਬਣਾ ਦਿੰਦੇ ਅਤੇ ਹਰ ਧਰਮ ਦੇ ਇਨਸਾਨ ਨੂੰ ਲੰਗਰ ਛਕਾਉਂਦੇ ਅਤੇ ਇਹਨਾਂ ਗੁਰਦੁਆਰਿਆਂ ਅੰਦਰ ਹੀ ਮੀਟਿੰਗਾਂ ਹੁੰਦੀਆਂ ਅਤੇ ਰਣਨੀਤੀਆਂ ਬਣਦੀਆਂ ਸੀ ਕਿ ਆਪਦੇ ਅਧਿਕਾਰ ਕਿਵੇਂ ਲਏ ਜਾਣ। ਸਿੱਖ ਕੈਨੇਡਾ ਵਿੱਚ ਆਰਥਿਕ ਤੌਰ ਤੇ ਵੀ ਸੈੱਟ ਹੋ ਚੁੱਕੇ ਸੀ, ਪਰ ਫਿਰ ਵੀ ਇਹਨਾਂ ਨੂੰ ਮਹਿਸੂਸ ਹੁੰਦਾ ਸੀ ਕਿ ਕੈਨੇਡਾ ਵਿੱਚ ਉਹ ਦੂਜੇ ਦਰਜੇ ਦੇ ਨਾਗਰਿਕ ਹਨ। ਇਸ ਦੇ ਨਤੀਜੇ ਵਜੋਂ ਖਾਲਸਾ ਦੀਵਾਨ ਸੁਸਾਇਟੀ ਨੇ ਇਹ ਮੁੱਦਾ ਚੁੱਕਿਆ ਕਿ ਸਿੱਖ ਅਤੇ ਹੋਰ ਪੰਜਾਬੀ ਕਿੰਨੀ ਦੇਰ ਤੋਂ ਕੈਨੇਡਾ ਵਿੱਚ ਰਹਿ ਰਹੇ ਹਨ, ਪਰ ਫਿਰ ਵੀ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਦਿੱਤਾ ਗਿਆ। ਸੋ ਇਹਨਾਂ ਕੋਸ਼ਿਸ਼ਾਂ ਦੇ ਚੱਲਦੇ ਸਰਕਾਰ ਨੇ ਵਰਲਡ ਵਾਰ 2 ਵਿੱਚ ਜਿਨ੍ਹਾਂ ਨੇ ਸਹਿਯੋਗ ਦਿੱਤਾ ਸੀ, ਉਹਨਾਂ ਨੂੰ 1945 ਵਿੱਚ ਵੋਟ ਪਾਉਣ ਦਾ ਅਧਿਕਾਰ ਦੇ ਦਿੱਤਾ ਅਤੇ 1947 ਵਿੱਚ ਸਾਰੀਆਂ ਸਾਊਥ ਏਸ਼ੀਅਨ ਕਮਿਊਨਿਟੀਜ਼ ਨੂੰ ਵੋਟ ਪਾਉਣ ਦਾ ਅਧਿਕਾਰ ਦੇ ਦਿੱਤਾ। ਇਸ ਤੋਂ ਬਾਅਦ 1961 ਕੈਨੇਡਾ ਵਿੱਚ ਸਰਕਾਰ ਬਣਦੀ ਹੈ ਲਿਬਰਲ ਪਾਰਟੀ ਦੀ, ਜਿਸ ਪਾਰਟੀ ਦੇ ਜਸਟਿਨ ਟਰੂਡੋ ਹਨ। ਇਸ ਪਾਰਟੀ ਨੇ ਕੈਨੇਡਾ ਵਿੱਚ ਪ੍ਰਵਾਸੀਆਂ ਤੇ ਲੱਗੀਆਂ ਬਹੁਤ ਹੱਦ ਤੱਕ ਪਾਬੰਦੀਆਂ ਘਟਾ ਦਿੱਤੀਆਂ ਅਤੇ ਬਹੁਤ ਜ਼ਿਆਦਾ ਗਿਣਤੀ ਵਿੱਚ ਸਿੱਖ ਕੈਨੇਡਾ ਆਉਣੇ ਸ਼ੁਰੂ ਹੋਏ। ਸਾਲ 1981 ਤੱਕ ਕੈਨੇਡਾ ਵਿੱਚ 67,000 ਤੋਂ ਵੱਧ ਲੋਕ ਕੈਨੇਡਾ ਆਏ, ਜਿਸ ਵਿੱਚ 33,000 ਸਿੱਖਾਂ ਨੂੰ ਪਰਮਾਨੈਂਟ ਰੈਜ਼ੀਡੈਂਸ ਮਿਲ ਗਈ ਸੀ। ਹੌਲੀ-ਹੌਲੀ ਇਹ ਨੰਬਰ ਵੱਧਦਾ ਗਿਆ ਅਤੇ ਅੱਜ ਦੇ ਦਿਨ ਤੱਕ ਕੈਨੇਡਾ ਵਿੱਚ ਸਿੱਖਾਂ ਦੀ ਆਬਾਦੀ 8 ਲੱਖ ਦੇ ਕਰੀਬ ਹੈ। ਕੈਨੇਡਾ ਵਿੱਚ ਸਿੱਖ ਪੋਲੀਟੀਸ਼ੀਅਨਸ ਵੀ ਬਹੁਤ ਵੱਡੀ ਮਾਤਰਾ ਵਿੱਚ ਹਨ, ਮਿਨਿਸਟਰ ਹਨ, ਵੱਡੀਆਂ ਨੌਕਰੀਆਂ ਅਤੇ ਆਪਦੇ ਬਿਜ਼ਨਸ ਅਤੇ ਜ਼ਮੀਨਾਂ ਦੇ ਮਾਲਕ ਹਨ। ਇਸ ਤੋਂ ਇਲਾਵਾ ਕੈਨੇਡਾ ਦੀ ਤੀਜੀ ਅਫੀਸ਼ੀਅਲ ਭਾਸ਼ਾ ਵੀ ਪੰਜਾਬੀ ਹੈ ਅਤੇ ਕੈਨੇਡਾ ਦੀ ਇੱਕ ਵੱਡੀ ਪਾਰਟੀ NDP, ਇਸ ਦਾ ਪ੍ਰਧਾਨ ਵੀ ਇੱਕ ਸਿੱਖ ਹੈ। ਸੋ ਦੋਸਤੋ, ਇਹ ਸੀ ਜਾਣਕਾਰੀ ਕਿ ਕਿਵੇਂ ਇੱਕ ਸਿੱਖ ਤੋਂ ਅੱਜ 8 ਲੱਖ ਦੇ ਕਰੀਬ ਸਿੱਖ ਕੈਨੇਡਾ ਵਿੱਚ ਵਸ ਰਹੇ ਹਨ। ਸੋ ਐਦਾਂ ਦੀਆਂ ਹੋਰ ਜਾਣਕਾਰੀਆਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਧੰਨਵਾਦ।